हेलो एवरीवन वेलकम बैक टू योर ऑन चैनल साइंटिया। हाँ जी, ਤੁਹਾਨੂੰ ਪਤਾ ਹੀ ਹੈ ਆਪਾਂ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਉਹ ਸੀਟੈਟ ਦਾ ਐਗਜ਼ਾਮ ਹੋ, ਪੀਟੈਟ ਦਾ ਐਗਜ਼ਾਮ ਹੋ, ਈਟੀਟੀ ਦਾ ਐਗਜ਼ਾਮ ਹੋ, ਐਨਟੀਟੀ ਲਈ ਐਂਡ ਈਵਨ ਮਾਸਟਰ ਕੈਡਰ ਦੇ ਲਈ। ਕਲੀਅਰ। ਅਗਰ ਤੁਸੀਂ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਸੋ ਦੈਟ ਤੁਹਾਨੂੰ ਸਾਰੀਆਂ ਅਪਡੇਟਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ। ਹਾਂਜੀ, ਆਪਾਂ ਨੇ ਕੱਲ੍ਹ ਹੀ MCQs ਦੀ ਸੀਰੀਜ਼ ਸਟਾਰਟ ਕੀਤੀ ਸੀ। ਮੀਨਸ ਕੱਲ੍ਹ ਆਪਾਂ ਪਾਰਟ 1 ਕੀਤਾ ਸੀ। ਅੱਜ ਆਪਾਂ ਪਾਰਟ 2 ਕਰਾਂਗੇ MCQ ਸੀਰੀਜ਼ ਦਾ। ਉਮੀਦ ਹੈ ਤੁਸੀਂ ਪਾਰਟ 1 ਦੇਖ ਚੁੱਕੇ ਹੋ ਐਂਡ ਤੁਹਾਨੂੰ ਸਾਰੇ ਕੁਐਸਚਨਸ ਕਲੀਅਰ ਹੋ ਚੁੱਕੇ। ਤੁਸੀਂ ਕੀ ਕਰਨਾ ਪਹਿਲਾਂ ਕੀ ਹੈ, ਖੁਦ MCQs ਸੋਲਵ ਕਰੋਗੇ। ਉਸ ਤੋਂ ਬਾਅਦ ਕੀ ਹੈ, ਨੈਕਸਟ ਮਤਲਬ ਆਨਸਰ ਚੈੱਕ ਕਰੋਗੇ। ਕਲੀਅਰ। ਹਾਂਜੀ, ਸਟਾਰਟ ਕਰਦੇ ਹਾਂ। ਆਪਣਾ ਫਸਟ MCQ ਦੇਖੋ, ਵਿਚ ਗੈਸ ਇਜ਼ ਮੇਨ ਕੋਜ਼ ਆਫ ਗ੍ਰੀਨ ਹਾਊਸ ਇਫੈਕਟ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਗੈਸ ਹੈ ਜੋ ਮੇਨ ਗੈਸ ਹੈ ਕਿਸ ਦੇ ਲਈ, ਗ੍ਰੀਨ ਹਾਊਸ ਇਫੈਕਟ ਦੇ ਲਈ। ਦੇਖੋ ਗ੍ਰੀਨ ਹਾਊਸ ਇਫੈਕਟ ਮੈਂ ਤੁਹਾਨੂੰ ਕਰਵਾਇਆ ਸੀ, ਠੀਕ ਹੈ, ਜਿਹਦੇ ਨਾਲ ਕੀ ਹੈ ਆਪਣੀ ਜੋ ਐਟਮੋਸਫੀਅਰ ਹੈ ਜਾਂ ਵਾਤਾਵਰਨ ਹੈ ਇਹਦੇ ਵਿੱਚ ਕੀ ਹੋ ਰਹੀ ਹੈ, ਗਰਮੀ ਵੱਧ ਰਹੀ ਹੈ। ਹੁਣ ਆਪਾਂ ਨੂੰ ਪਤਾ ਗਰਮੀ ਦਾ ਸੀਜ਼ਨ ਜ਼ਿਆਦਾ ਹੁੰਦਾ ਐਜ਼ ਕੰਪੈਰੀਜ਼ਨ ਟੂ ਸਰਦੀ ਦਾ ਸੀਜ਼ਨ ਜਾਂ ਵਿੰਟਰ ਸੀਜ਼ਨ। ਤਾਂ ਇਸ ਦੇ ਵਿੱਚ ਜੋ ਮੇਨ ਕੀ ਹੈ ਗੈਸ ਹੈ ਉਹ ਕਿਹੜੀ ਹੁੰਦੀ ਹੈ, ਕਾਰਬਨ ਡਾਈਆਕਸਾਈਡ। ਕਿਸ ਦਾ ਰੋਲ ਸਭ ਤੋਂ ਜ਼ਿਆਦਾ ਹੁੰਦਾ ਹੈ, ਕਾਰਬਨ ਡਾਈਆਕਸਾਈਡ ਦਾ। ਨੀਅਰ ਅਬਾਊਟ 79% ਕਾਰਬਨ ਡਾਈਆਕਸਾਈਡ ਗੈਸ ਦਾ ਰੋਲ ਹੁੰਦਾ। ਤਾਂ ਇਸ ਲਈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਜੂ ਆਪਣੇ ਕੋਲ, ਆਪਸ਼ਨ ਏ ਆ ਜੂਗੀ। ਕਲੀਅਰ। ਉਮੀਦ ਹੈ ਤੁਹਾਨੂੰ ਕੁਐਸਚਨ ਕੀ ਹੈ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਸੈਕਿੰਡ ਕੁਐਸਚਨ ਦੀ। ਹਾਂਜੀ, ਸੈਕਿੰਡ ਕੁਐਸਚਨ ਕੀ ਹੈ, ਵਿਚ ਗੈਸ ਇਜ਼ ਫਿਲਡ ਇਨ ਕੋਲਡ ਡਰਿੰਕ ਬੋਟਲਸ। ਕਹਿੰਦੇ ਜੋ ਕੋਲਡ ਡਰਿੰਕ ਬੋਟਲਸ ਹੈ ਆਪਾਂ ਅਲੱਗ ਅਲੱਗ ਕੋਲਡ ਡਰਿੰਕਸ ਪੀਂਦੇ ਹਾਂ, ਜਿਵੇਂ ਕੋਕਾ ਕੋਲਾ ਹੋ ਗਿਆ ਜਾਂ ਥਮਸ ਅਪ ਹੋ ਗਿਆ, ਠੀਕ ਹੈ, ਜਿਵੇਂ ਬਹੁਤ ਸਾਰੀਆਂ ਆਉਂਦੀਆਂ ਨੇ, ਠੀਕ ਹੈ। ਤਾਂ ਅਗਰ ਆਪਾਂ ਗੱਲ ਕਰੀਏ ਕਹਿੰਦੇ ਉਹਨਾਂ ਦੇ ਵਿੱਚ ਕੀ ਹੈ, ਕਿਹੜੀ ਮੇਨ ਗੈਸ ਪਾਈ ਜਾਂਦੀ ਹੈ, ਵਿੱਚ ਕਿਹੜੀ ਗੈਸ ਕੀ ਹੈ ਫਿਲ ਕੀਤੀ ਜਾਂਦੀ ਹੈ। ਤਾਂ ਅਗਰ ਇਹਨਾਂ ਦੇ ਵਿੱਚ ਗੱਲ ਕੀਤਾ ਜਾਵੇ ਆਪਾਂ ਆਪਸ਼ਨਸ ਦੇਖ ਲੈਂਦੇ ਹਾਂ। ਕਾਰਬਨ ਡਾਈਆਕਸਾਈਡ ਡਿਜ਼ੋਲਵ ਇਨ ਵਾਟਰ ਅੰਡਰ ਪ੍ਰੈਸ਼ਰ, ਕਾਰਬਨ ਡਾਈਆਕਸਾਈਡ ਡਿਜ਼ੋਲਵ ਓਨਲੀ ਸਪਰੈਂਗਲੀ ਇਨ ਵਾਟਰ ਡਿਊ ਟੂ ਕਾਰਬਨ ਮੋਨੋਆਕਸਾਈਡ ਜਾਂ ਆਲ ਆਫ ਦੀਜ਼। ਦੇਖੋ ਆਲ ਆਫ ਦੀਜ਼ ਤਾਂ ਆਏਗਾ ਨਹੀਂ ਕਿਉਂਕਿ ਕਾਰਬਨ ਮੋਨੋਆਕਸਾਈਡ ਡਿਜ਼ੋਲਵ ਨਹੀਂ ਹੁੰਦੀ, ਨਾ ਹੀ ਕਾਰਬਨ ਡਾਈਆਕਸਾਈਡ ਸਪਰਿੰਗਲੀ ਵਾਟਰ ਦੇ ਵਿੱਚ ਡਿਜ਼ੋਲਵ ਹੁੰਦੀ ਹੈ। ਇਹ ਕੀ ਹੁੰਦਾ, ਪਾਣੀ ਦੇ ਵਿੱਚ ਗੈਸ ਡਿਜ਼ੋਲਵ ਹੁੰਦੀ ਹੈ ਅੰਡਰ ਪ੍ਰੈਸ਼ਰ ਲਗਾਇਆ ਜਾਂਦਾ ਹੈ। ਕਿਉਂਕਿ ਜਦੋਂ ਆਪਾਂ ਕੀ ਹੈ ਕੋਈ ਵੀ ਬੋਟਲ ਨੂੰ ਓਪਨ ਕਰਦੇ ਹਾਂ ਤਾਂ ਆਪਣੇ ਕੋਲ ਕੀ ਹੈ ਜੋ ਕਾਰਬਨ ਡਾਈਆਕਸਾਈਡ ਗੈਸ ਕਰਕੇ ਜੋ ਬਬਲਸ ਹੈ ਉਹ ਬਾਹਰ ਨੂੰ ਆਉਂਦੇ ਆ, ਠੀਕ ਹੈ। ਕੋਈ ਵੀ ਕੋਲਡ ਡਰਿੰਕ ਦੀ ਜਦੋਂ ਬੋਟਲ ਓਪਨ ਕਰਦੇ ਆ ਤਾਂ ਇਹਦਾ ਮਤਲਬ ਉਹਦੇ ਉੱਪਰ ਕੀ ਲਗਾਇਆ ਹੁੰਦਾ, ਅੰਡਰ ਪ੍ਰੈਸ਼ਰ ਕੀ ਆਪਾਂ ਕੀ ਪਾਈ ਹੁੰਦੀ ਹੈ, ਗੈਸ ਲਗਾਈ ਹੁੰਦੀ ਹੈ, ਪ੍ਰੈਸ਼ਰ ਲਗਾਇਆ ਹੁੰਦਾ, ਜਿਸ ਕਰਕੇ ਕੀ ਹੈ ਗੈਸ ਉਹਦੇ ਵਿੱਚ ਹੁੰਦੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ, ਆਪਸ਼ਨ ਏ ਆ ਜਾਊਗਾ। ਕਲੀਅਰ, ਦੋਨਾਂ ਦਾ ਏ। ਉਮੀਦ ਹੈ 2 ਕੁਐਸਚਨ ਕਲੀਅਰ ਹੋ ਚੁੱਕੇ ਹਨ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਕੁਐਸਚਨ ਦੀ, ਥਰਡ ਕੁਐਸਚਨ ਦੀ। ਹਾਂਜੀ, ਥਰਡ ਕੁਐਸਚਨ ਕੀ ਹੈ, ਵਿਚ ਇਜ਼ ਨੋਨ ਐਜ਼ ਲਾਫਿੰਗ ਗੈਸ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਗੈਸ ਨੂੰ ਐਜ਼ ਅ ਲਾਫਿੰਗ ਗੈਸ ਦੇਖਿਆ ਜਾਂਦਾ ਹੈ। ਆਪਸ਼ਨ ਦੇਖਦੇ ਆ, ਕਾਰਬਨ ਡਾਈਆਕਸਾਈਡ, ਆਕਸੀਜਨ, ਅਮੋਨੀਆ, ਕਾਰਬਨ ਮੋਨੋਆਕਸਾਈਡ। ਐਕਚੁਅਲੀ ਇਹ ਆਪਸ਼ਨ ਆਈ ਥਿੰਕ ਗਲਤ ਹੈ। ਤਾਂ ਜੋ ਲਾਫਿੰਗ ਗੈਸ ਹੈ ਉਹ ਕਿਹੜੀ ਹੁੰਦੀ ਹੈ ਆਪਣੇ ਕੋਲ, ਨਾਈਟਰਸ ਆਕਸਾਈਡ। ਨਾਈਟਰਸ ਆਕਸਾਈਡ ਜਿਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਲਾਫਿੰਗ ਗੈਸ, ਜਿਸ ਦਾ ਫਾਰਮੂਲਾ ਕੀ ਹੁੰਦਾ N2O। ਕਲੀਅਰ, ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਲਾਫਿੰਗ ਗੈਸ। ਇਹ ਧਿਆਨ 'ਚ ਰੱਖ ਲਿਓ, ਆਪਸ਼ਨਸ ਗਲਤ ਦਿੱਤੇ ਹੋਏ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ ਫੋਰਥ ਕੁਐਸਚਨ ਦੀ, ਵਿਚ ਇਜ਼ ਕਲਰਲੈਸ, ਆਰਡਰਲੈਸ ਐਂਡ ਟੇਸਟਲੈਸ ਗੈਸ। ਇਹਨਾਂ ਦੇ ਵਿੱਚੋਂ ਕਲਰਲੈਸ, ਆਰਡਰਲੈਸ ਐਂਡ ਟੇਸਟਲੈਸ ਗੈਸ ਕਿਹੜੀ ਹੈ। ਦੇਖੋ ਆਪਸ਼ਨਸ ਦੇਖੋ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਅਮੋਨੀਆ, ਕਾਰਬਨ ਮੋਨੋਆਕਸਾਈਡ। ਦੇਖੋ ਜੀ ਅਗਰ ਆਪਾਂ ਗੱਲ ਕਰੀਏ ਤਾਂ ਜੋ ਆਕਸੀਜਨ ਗੈਸ ਹੈ O2 ਆਕਸੀਜਨ, ਇਹ ਕੀ ਹੈ, ਕਲਰਲੈਸ ਹੈ, ਇਸਦਾ ਕੋਈ ਕਲਰ ਨਹੀਂ ਹੁੰਦਾ, ਟੇਸਟਲੈਸ ਵੀ ਹੈ ਅਤੇ ਆਰਡਰਲੈਸ ਦਾ ਮਤਲਬ ਹੁੰਦਾ ਇਹਦੇ ਵਿੱਚੋਂ ਕੋਈ ਵੀ ਸਮੈਲ ਨਹੀਂ ਆਉਂਦੀ। ਤਾਂ ਇਸ ਲਈ ਜੋ ਆਕਸੀਜਨ ਹੈ ਇਹ ਆਪਣੇ ਕੋਲ ਕੀ ਹੈ, ਕਲਰਲੈਸ, ਟੇਸਟਲੈਸ ਐਂਡ ਆਰਡਰਲੈਸ ਗੈਸ ਹੈ। ਕਲੀਅਰ। ਨੈਕਸਟ ਫਿਫਥ ਕੁਐਸਚਨ ਦੇਖੋ, ਵਿਚ ਗੈਸ ਇਜ਼ ਯੂਜ਼ਡ ਟੂ ਇਨਲਾਈਟਨ ਦਾ ਇਲੈਕਟ੍ਰਿਕ ਬਲਬ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਗੈਸ ਹੈ ਜੋ ਆਪਾਂ ਬਲਬ ਦੇ ਵਿੱਚ ਪਾਉਂਦੇ ਹਾਂ, ਠੀਕ ਹੈ ਜੀ। ਤਾਂ ਇਸ ਤੋਂ ਆਪਸ਼ਨਸ ਦੇਖ ਲੈਂਦੇ ਹਾਂ, ਆਕਸੀਜਨ, ਨਾਈਟ੍ਰੋਜਨ ਆਕਸਾਈਡ, ਆਰਗਨ,
ਕਾਰਬਨ ਡਾਈਆਕਸਾਈਡ। ਦੇਖੋ ਇੱਕ ਇਲੈਕਟ੍ਰੀਕਲ ਬਲਬ ਦੇ ਵਿੱਚ ਜੋ ਬਲਬ ਕੀ ਹੈ ਗਲੋ ਕਰਦਾ ਹੈ, ਕਿਹਦੀ ਵਜ੍ਹਾ ਨਾਲ ਕਰਦਾ ਹੈ, ਜੋ ਇਹਦੇ ਵਿੱਚ ਕੀ ਪਾਈ ਜਾਂਦੀ ਹੈ ਗੈਸ, ਤਾਂ ਇੱਕ ਬਲਬ ਦੇ ਵਿੱਚ ਕਿਹੜੀ ਗੈਸ ਪਾਈ ਜਾਂਦੀ ਹੈ ਆਰਗਨ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜੋ ਆਪਸ਼ਨ ਸੀ ਆਰਗਨ ਗੈਸ ਕੀ ਇਹਦੇ ਵਿੱਚ ਪਾਈ ਜਾਂਦੀ ਹੈ। ਕਲੀਅਰ, ਉਮੀਦ ਹੈ ਤੁਹਾਨੂੰ ਸਮਝ ਆ ਚੁੱਕੀ ਹੈ। ਇਸ ਕੁਐਸਚਨ ਦਾ ਰਾਈਟ ਆਨਸਰ ਏ ਸੀਗਾ। ਨੈਕਸਟ ਆਪਾਂ ਗੱਲ ਕਰਾਂਗੇ 6th ਕੁਐਸਚਨ ਦੀ। ਹਾਂਜੀ 6th ਕੁਐਸਚਨ, ਹੋਲਸ ਆਰ ਕੋਜ਼ਡ ਇਨ ਡੈਸ਼ ਲੇਅਰ ਆਫ ਐਟਮੋਸਫੀਅਰ। ਕਹਿੰਦੇ ਐਟਮੋਸਫੀਅਰ ਦੀ ਕਿਸ ਲੇਅਰ ਦੇ ਵਿੱਚ ਹੋਲਸ ਦਾ ਕਾਰਨ ਹੈ, ਮਤਲਬ ਕ੍ਰੀਏਟ ਹੁੰਦੇ ਆ। ਤਾਂ ਦੇਖੋ ਅਗਰ ਮੈਂ ਗੱਲ ਕਰਾਂ ਜੋ ਹੋਲਸ ਹੈ ਇਹ ਕੀ ਹੈ ਓਜ਼ੋਨ ਲੇਅਰ ਦੇ ਵਿੱਚ, ਜੋ ਕਿ ਇੱਕ ਥਿਨ ਲੇਅਰ, ਇੱਕ ਪਤਲੀ ਜੀ ਲੇਅਰ ਹੈ ਜੋ ਆਪਾਂ ਨੂੰ ਕੀ ਹੈ ਸੂਰਜ ਤੋਂ ਆਉਣ ਵਾਲੀ ਯੂਵੀ ਰੇਜ਼, ਅਲਟਰਾ ਵਾਇਲਟ ਰੇਜ਼ ਤੋਂ ਬਚਾਉਂਦੀ ਹੈ, ਜੋ ਕੀ ਹੈ ਕਾਫੀ ਸਾਰੀ ਬਿਮਾਰੀਆਂ ਕਰ ਦਿੰਦੀ ਹੈ। ਇਸ ਲਈ ਆਪਾਂ ਨੂੰ ਕੌਣ ਬਚਾਉਂਦੀ ਹੈ ਓਜ਼ੋਨ ਲੇਅਰ, ਜਿਹਦੇ ਕਰਕੇ ਧਰਤੀ 'ਤੇ ਜੋ ਲਾਈਫ ਹੈ ਜਾਂ ਜੀਵਨ ਹੈ ਉਹ ਪੋਸੀਬਲ ਹੈ। ਕਲੀਅਰ, ਹੁਣ ਦੇਖੋ ਕੁਐਸਚਨ ਕੁਛ ਵੀ ਬਣ ਸਕਦਾ, ਐਵੇਂ ਵੀ ਪੁੱਛ ਸਕਦੇ ਓਜ਼ੋਨ ਲੇਅਰ ਕਿੱਥੇ ਹੁੰਦੀ ਹੈ, ਜਾਂ ਐਵੇਂ ਵੀ ਪੁੱਛ ਸਕਦੇ ਜੋ ਹੋਲਸ ਨੇ ਉਹ ਕਿਸ ਲੇਅਰ 'ਚ ਹੋ ਰਹੇ ਨੇ। ਤਾਂ ਓਜ਼ੋਨ ਲੇਅਰ ਦੇ ਵਿੱਚ ਹੋਲਸ ਹੋ ਰਹੇ ਨੇ, ਤਾਂ ਓਜ਼ੋਨ ਲੇਅਰ ਕਿੱਥੇ ਹੁੰਦੀ ਹੈ ਸਟ੍ਰੈਟੋਸਫੀਅਰ ਦੇ ਵਿੱਚ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਸ਼ਨ ਬੀ ਆ ਗਿਆ। ਕਲੀਅਰ, ਨੈਕਸਟ ਆਪਾਂ ਗੱਲ ਕਰਾਂਗੇ 7th ਕੁਐਸਚਨ ਦੀ। ਡੈਸ਼ ਇਜ਼ ਨੋਟ ਅ ਨੈਚੁਰਲ ਸੋਰਸ ਆਫ ਏਅਰ ਪੋਲਿਊਸ਼ਨ। ਇਹਨਾਂ ਦੇ ਵਿੱਚੋਂ ਕਿਹੜਾ ਨੈਚੁਰਲ ਰਿਸੋਰਸ ਨਹੀਂ ਹੈਗਾ, ਮੀਨਸ ਕੀ ਹੈ ਆਰਟੀਫਿਸ਼ਲ ਹੈ ਜਾਂ ਕੀ ਕਹਿ ਸਕਦੇ ਜੋ ਮੈਨ ਮੇਡ, ਜੋ ਮਨੁੱਖ ਦੇ ਦੁਆਰਾ ਕੀ ਹੈ ਏਅਰ ਪੋਲਿਊਸ਼ਨ ਕੀਤਾ ਜਾ ਰਿਹਾ ਉਹ ਆਪਾਂ ਨੇ ਦੱਸਣਾ ਹੈ। ਠੀਕ ਹੈ ਜੀ, ਤਾਂ ਦੇਖੋ ਬਾਇਓਲੋਜੀਕਲ ਡਿਕੇ, ਪੋਲਨ ਗ੍ਰੇਨਸ, ਸੀ ਸਾਲਟ ਸਪਰੇ ਜਾਂ ਬਰਨਿੰਗ ਆਫ ਫਿਊਲਸ। ਤਾਂ ਇਹਨਾਂ ਦੇ ਵਿੱਚੋਂ ਗੱਲ ਕਰੀਏ ਜੋ ਬਰਨਿੰਗ ਆਫ ਫਿਊਲਸ ਨੇ ਜਿਵੇਂ ਡੀਜ਼ਲ, ਕੋਲ, ਪੈਟਰੋਲੀਅਮ, ਇਹਨਾਂ ਸਭ ਨੂੰ ਜਦੋਂ ਆਪਾਂ ਬਰਨ ਕਰਦੇ ਹਾਂ, ਜਿਵੇਂ ਆਪਾਂ ਵਹੀਕਲਸ ਚਲਾਉਂਦੇ ਹਾਂ, ਵਾਹਨ ਚਲਾਉਂਦੇ ਹਾਂ, ਤਾਂ ਜਦੋਂ ਵਾਹਨ ਚਲਾਉਂਦੇ ਹਾਂ ਤਾਂ ਬਹੁਤ ਸਾਰੀ ਕੀ ਹੁੰਦੀ ਹੈ ਏਅਰ ਪੋਲਿਊਸ਼ਨ ਦਾ ਕਾਰਨ ਹੁੰਦਾ ਹੈ, ਹਵਾ ਕੀ ਹੁੰਦੀ ਹੈ ਪ੍ਰਦੂਸ਼ਿਤ ਹੋ ਜਾਂਦੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਸ਼ਨ ਸੀ ਹੋ ਗਿਆ। ਕਲੀਅਰ, ਨੈਕਸਟ ਆਪਾਂ ਗੱਲ ਕਰਾਂਗੇ 8th ਕੁਐਸਚਨ ਦੀ। ਵਿਚ ਗੈਸ ਇਜ਼ ਰਿਸਪੋਂਸੀਬਲ ਫॉर ਗਲੋਬਲ ਵਾਰਮਿੰਗ। ਕਹਿੰਦੇ ਕਿਹੜੀ ਗੈਸ ਕੀ ਹੈ ਗਲੋਬਲ ਵਾਰਮਿੰਗ ਦੇ ਲਈ ਮਤਲਬ ਰਿਸਪੋਂਸੀਬਲ ਹੈ, ਕਿਹੜੀ ਗੈਸ ਹੈ ਜੋ ਕਾਰਨ ਹੈ ਕਿਸ ਦਾ ਗਲੋਬਲ ਵਾਰਮਿੰਗ ਦਾ। ਦੇਖੋ ਕਾਰਬਨ ਮੋਨੋਆਕਸਾਈਡ ਆਪਸ਼ਨ ਹੈ, ਕਾਰਬਨ ਡਾਈਆਕਸਾਈਡ, ਸਲਫਰ, ਕਾਰਬਨ ਡਰਮ। ਦੇਖੋ ਅਗਰ ਮੈਂ ਇਹਦੀ ਗੱਲ ਕਰਾਂ ਤਾਂ ਮੈंने ਤੁਹਾਨੂੰ ਹੁਣੇ ਕਰਵਾਇਆ ਸੀ ਕੁਐਸਚਨ ਕਿ ਗਲੋਬਲ ਵਾਰਮਿੰਗ ਦੇ ਲਈ ਕਿਹੜੀ ਗੈਸ ਰਿਸਪੋਂਸੀਬਲ ਹੈ ਜਾਂ ਗ੍ਰੀਨ ਹਾਊਸ ਇਫੈਕਟ ਕੀਤਾ ਸੀ ਸੋਰੀ ਆਪਾਂ, ਤਾਂ ਗ੍ਰੀਨ ਹਾਊਸ ਇਫੈਕਟ ਹੈ ਚਾਹੇ ਗਲੋਬਲ ਵਾਰਮਿੰਗ ਹੈ ਤਾਂ ਮੇਨ ਰੋਲ ਕਿਸ ਦਾ ਕਾਰਬਨ ਡਾਈਆਕਸਾਈਡ ਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਆਪਸ਼ਨ ਬੀ ਆ ਜਾਊਗਾ, ਕਿਉਂਕਿ ਜੋ ਕਾਰਬਨ ਡਾਈਆਕਸਾਈਡ ਦੀ ਅਮਾਊਂਟ ਹੈ ਨਾ ਐਟਮੋਸਫੀਅਰ ਦੇ ਵਿੱਚ ਉਹ ਪਹਿਲਾਂ ਨਾਲੋਂ ਜ਼ਿਆਦਾ ਕੀ ਹੋ ਰਹੀ ਹੈ ਵੱਧ ਰਹੀ ਹੈ, ਜਿਹਦੇ ਕਰਕੇ ਕੀ ਹੋ ਰਿਹਾ ਜੋ ਐਟਮੋਸਫੀਅਰ ਹੈ ਇਹਦੇ ਵਿੱਚ ਗਰਮੀ ਵੱਧ ਰਹੀ ਹੈ, ਤਾਪਮਾਨ ਕੀ ਹੁੰਦਾ ਵੱਧ ਰਿਹਾ, ਜਿਹਦੇ ਕਰਕੇ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਹੋ ਸਕਦੀਆਂ ਨੇ ਜਾਂ ਹੋ ਵੀ ਰਹੀਆਂ ਨੇ। ਠੀਕ ਹੈ, ਨੈਕਸਟ ਆਪਾਂ 9th ਕੁਐਸਚਨ ਕਰਦੇ ਹਾਂ। ਹਾਂਜੀ 9th ਕੁਐਸਚਨ ਕੀ ਹੈ ਦ ਫੋਟੋਸਿੰਥੀਸਿਸ ਰਿਐਕਸ਼ਨ ਪ੍ਰੋਸੈਸਿਸ। ਸਭ ਤੋਂ ਪਹਿਲਾਂ ਫੋਟੋਸਿੰਥੀਸਿਸ ਕੀ ਹੁੰਦਾ, ਇੱਕ ਮਿੰਟ। ਹਾਂਜੀ, ਫੋਟੋਸਿੰਥੀਸਿਸ ਕੀ ਇੱਕ ਪ੍ਰੋਸੈਸ ਹੈ, ਫੋਟੋ ਦਾ ਮਤਲਬ ਹੁੰਦਾ ਲਾਈਟ, ਸਿੰਥੀਸਿਸ ਦਾ ਮਤਲਬ ਹੁੰਦਾ ਜਦੋਂ ਕੋਈ ਪ੍ਰੋਸੈਸ ਜਾਂ ਜਦੋਂ ਆਪਾਂ ਕੋਈ ਚੀਜ਼ ਫੋਰਮ ਕਰਦੇ ਹਾਂ। ਠੀਕ ਹੈ, ਪ੍ਰੋਸੈਸ ਜਿਹਦੇ ਵਿੱਚ ਕੀ ਹੈ ਕਿਸੇ ਚੀਜ਼ ਦੀ ਫੋਰਮੇਸ਼ਨ ਹੋਵੇ। ਤਾਂ ਦੇਖੋ ਇਹਦਾ ਕੀ ਹੈ ਵੀ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕਿਸੇ ਚੀਜ਼ ਦੀ ਫੋਰਮੇਸ਼ਨ ਹੋਣਾ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਫੋਟੋਸਿੰਥੀਸਿਸ ਕਹਿ ਦਿੰਦੇ ਹਾਂ। ਦੇਖੋ ਫੋਟੋਸਿੰਥੀਸਿਸ ਕਿਸ ਦੇ ਵਿੱਚ ਹੁੰਦੀ ਹੈ ਪਲਾਂਟਸ ਦੇ ਵਿੱਚ, ਕਿਸ ਦੇ ਵਿੱਚ ਹੁੰਦੀ ਹੈ ਪਲਾਂਟਸ ਦੇ ਵਿੱਚ ਹੁੰਦੀ ਹੈ, ਕਿਉਂਕਿ ਜੋ ਪਲਾਂਟਸ ਹੈ ਉਹ ਇਨ ਦ ਪ੍ਰੈਜ਼ੈਂਸ ਆਫ ਲਾਈਟ ਮਤਲਬ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਬਣਾਉਂਦੇ ਨੇ ਫੂਡ ਬਣਾਉਂਦੇ ਨੇ, ਆਪਣਾ ਖਾਣਾ ਖੁਦ ਬਣਾਉਂਦੇ ਨੇ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਫੋਟੋਸਿੰਥੀਸਿਸ ਕਹਿ ਦਿੰਦੇ ਹਾਂ। ਤਾਂ ਹੁਣ ਖਾਣਾ ਬਣਾਉਣ ਦੇ ਲਈ ਇਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਾਰਬਨ ਡਾਈਆਕਸਾਈਡ ਪਲੱਸ ਵਾਟਰ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਕੀ ਹੈ ਸਨਲਾਈਟ ਦੀ ਜ਼ਰੂਰਤ ਹੁੰਦੀ ਹੈ ਅਤੇ ਕਲੋਰੋਫਿਲ ਦੀ ਜ਼ਰੂਰਤ ਹੁੰਦੀ ਹੈ। ਕਲੋਰੋਫਿਲ ਇੱਕ ਐਵੇਂ ਦਾ ਪਿਗਮੈਂਟ ਹੈ ਜਿਸ ਦੀ ਵਜ੍ਹਾ ਨਾਲ ਪੱਤਿਆਂ ਦਾ ਰੰਗ ਕੀ ਹੁੰਦਾ ਹਰਾ। ਸਿਰਫ ਜਿਨ੍ਹਾਂ ਦਾ ਕਲਰ ਗ੍ਰੀਨ ਹੁੰਦਾ ਉਹੀ ਪਲਾਂਟਸ ਕੀ ਕਰ ਸਕਦੇ ਨੇ ਫੂਡ ਬਣਾ ਸਕਦੇ ਨੇ, ਔਰ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਕਲੋਰੋਫਿਲ ਕਹਿ ਦਿੰਦੇ ਹਾਂ। ਤਾਂ ਆਪਣੇ ਕੋਲ ਪ੍ਰੋਡਕਟ ਕੀ ਬਣਦਾ C6H12O6 ਗਲੂਕੋਜ਼, ਨਾਲ ਕੀ ਬਣ ਜਾਂਦਾ ਆਕਸੀਜਨ ਦੇ ਮੋਲੀਕਿਊਲਸ ਬਣ ਜਾਂਦੇ ਆ। ਤਾਂ ਦੇਖੋ ਹੁਣ ਇਹਨੂੰ ਆਪਾਂ ਕੀ ਕਰਾਂਗੇ ਬੈਲੈਂਸ ਕਰਦੇ ਹਾਂ। ਤਾਂ ਦੇਖੋ 6 ਆਪਣੇ ਕੋਲ ਕਾਰਬਨ ਹੈ,
तो इतने 6 लगा देंगे। हाँ जी 6 कार्बन है, 6 कार्बन तो पूरे हो गए, पर अपने को ऑक्सीजन किन्ने है 12 + 1 13, तो इतने 6 ऑक्सीजन है पर 2 की अपने को इतने है मोलीक्यूल्स, तो इतने 6 लगाए, 6 2 12 हो जाऊगा। क्लीयर। नैक्सट अगर आप गल करिए वाटर ਨੂੰ ਵੀ ਆਪਾਂ ਕਰ ਦਿੰਦੇ क्योंकि हजे भी ऑक्सीजन अपने को पूरा नहीं बनया, तो 6 मोलीक्यूल्स वाटर ਦੇ ਲੈ ਲਓ। ਹੁਣ देखो 12 ਇੱਥੇ हो गए ऑक्सीजन, तो 6 ਇੱਥੇ 18, ਇੱਥੇ भी 12 तो 6 18 कंप्लीट हो गया। सिमिलरली जो हाइड्रोजन है वो अपने को किन्ने ने 12 ने एंड 12 ही अपने को इत्थे हैं। ये कंप्लीट रिएक्शन होगी, एक बैलेंस रिएक्शन होगी। ऑप्शन चैक कर लैंने किहड़ी ऑप्शन सही हो जाती है अपने को। हाँ जी तो आपां ने की लिया 6 कार्बन डाइऑक्साइड, 6 वाटर दे मोलीक्यूल्स, क्लोरोफिल, सनलाइट की बन जाता है ग्लूकोज एंड 6 ऑक्सीजनस बन जाती है। तो इस क्वेश्चन का राइट आंसर की ऑप्शन सी तुहानूं पूछ सकता है, कुछ भी क्वेश्चन बन जाता है। हुण इहदे विच देखो क्लोरोफिल एबसेंट है, इहदे विच भी क्लोरोफिल एबसेंट है, फस्ट 2 ऑप्शन तो कट ही गई हैं। ठीक है इन्होंने तो वाटर भी 3 मोलीक्यूल्स लए हुए हैं, ऑक्सीजन 7 बनाता, कुछ भी बनाई जाते हैं। हुण इहदे विच अगर आप गल करिए इहदे विच वाटर दे रखे, सनलाइट नहीं दी, तो सनलाइट तो बिना भी रिएक्शन पॉसीबल नहीं है, तो ये भी की होगी ऑप्शन कैंसल होगी। क्लीयर। नैक्सट आप गल करते हैं 10th क्वेश्चन की। हाँ जी 10th क्वेश्चन की कहते हैं एट विच टैंपरेचर, एट वॉट टैंपरेचर वाटर वेपराइज, पानी भाफ बनना कदों शुरू होंगे। वेपराइज का मतलब की है जो पानी है या वाटर है वो भाफ बनना मतलब वेपर बनने कदों शुरू होंगे ने, किस टैंपरेचर ते आपां नूं दिखने शुरू हो जाते हैं। तो अगर आप गल करिए टैंपरेचर 100 डिग्री सैल्सीयस, 1100 डिग्री सैल्सीयस, 0 डिग्री सैल्सीयस या 1000 डिग्री सैल्सीयस, तो पानी वेपराइज कदों होंदा है 100 डिग्री सैल्सीयस ते। तो इस क्वेश्चन का राइट आंसर की आ गया अपने को ऑप्शन ए आ गया। क्लीयर। नैक्सट गल करांगे 11th क्वेश्चन की। द स्पैसीफिक हीट कैपेसिटी ऑफ वाटर इज, पानी की स्पैसीफिक हीट कैपेसिटी कितनी होंदी है, लो हाई वैरी लो। हुण इसकी जगह की है वैल्यू भी पूछ सकते हैं कि स्पैसीफिक हीट कैपेसिटी वाटर की कितनी होंदी है, वैल्यू भी पूछ सकते हैं। तो हाई होंदी है, लो नहीं होंदी, बी ऑप्शन आ जाऊगा। एंड कितनी होंदी है 4.2 जूल पर ग्राम डिग्री सैल्सीयस। की कह सकते हैं डेफिनेशन की बनी कि 4.2 जूल एनर्जी चाहिए है 1 ग्राम ऑफ वाटर द 1 ग्राम ऑफ टू इनक्रीज 1 ग्राम ऑफ वाटर बाय 1 डिग्री सैल्सीयस, 1 डिग्री सैल्सीयस नाल की है इनक्रीज करना, उन्होंने वधाना, उसनों आपां की कह देना स्पैसीफिक हीट कैपेसिटी ऑफ वाटर। क्लीयर। नैक्सट आप गल करांगे 12th क्वेश्चन की। हाँ जी 12th क्वेश्चन देखो ये सारे क्वेश्चन इंपॉर्टेंट ने तुहाडे लई, कोई भी क्वेश्चन बन सकता है। हुण वाटर डे बन सकता है, फ्रैश वाटर ईयर बन सकता है, कुछ भी बन सकता है। तो तुसीं ध्यान नाल करने हैं, इंपॉर्टेंट ने जिन्नियां भी मैं MCQs की क्लासां करवाऊँगी, शेयर कर दिओ अपने फ्रेंड्स के नाल। हाँ जी वाटर डे, वर्ल्ड वाटर डे कदों मनाया जाता है। ऑप्शन की है, फर्स्ट ऑप्शन है 23 मार्च, ऑप्शन बी है 23 अप्रैल, ऑप्शन सी है 22 मार्च, ऑप्शन डी है 23 सितंबर। देखो अगर मैं गल करा इस क्वेश्चन की तो जस्ट सेकंड, हाँ जी इस क्वेश्चन का राइट आंसर अपने को की बनता है 22 मार्च। 22 मार्च नूं वर्ल्ड वाटर डे सैलीब्रेट किया जाता है, ऑप्शन सी इज़ राइट। हुण देखो अज की है 28 फैब, 28 फैब नूं किहड़ा डे सैलीब्रेट होंदा, मैं पाया भी होया नैशनल साइंस डे। अगर आपां नूं पुछ लैन की हुंदा है नैशनल साइंस डे कदों सैलीब्रेट होंदा 28 फैब नूं, कुछ भी क्वेश्चन बन सकता। ठीक है नैक्सट आपां गल करांगे इंटरनैशनल ईयर ऑफ फ्रैश वाटर। फ्रैश वाटर का इंटरनैशनल ईयर केड़ा है 2002, 2003, 2004, 2005। देखो इंटरनैशनल ईयर ऑफ फ्रैश वाटर की अपना 2003, तो बी ऑप्शन की हो गया सही, इस द सी ऑप्शन। हाँ जी ਇਹਦਾ ਕੀ ਸੀਗਾ, ਇਹਦੇ ਵਿੱਚ ਕੀ ਦੱਸਿਆ ਗਿਆ ਸੀ ਲੋਕਾਂ ਨੂੰ ਕਿ ਪਾਣੀ ਦੀ ਕਮੀ ਕਿਵੇਂ ਹੋ ਰਹੀ ਹੈ, ਫਰੈਸ਼ ਵਾਟਰ ਦੀ ਸਕੈਰਸਿਟੀ ਬਾਰੇ ਦੱਸਿਆ ਗਿਆ ਸੀ, ਕਮੀ ਫਰੈਸ਼ ਵਾਟਰ ਦੀ ਜੋ ਕਮੀ ਹੋ ਰਹੀ ਹੈ उस बारे किस ईयर च दस्या गया से 2003 ਦੇ ਵਿੱਚ ਦੱਸਿਆ ਗਿਆ ਸੀ। ਤਾਂ ਇਹ ਇੰਪੋਰਟੈਂਟ ਬਣ ਜਾਂਦਾ ਹੈ क्वेश्चन। क्लीयर। नैक्सट है अपने को 14 क्वेश्चन। हाँ जी 14 क्वेश्चन की कहते हैं हाउ मैनी फॉर्म्स ऑफ वाटर आर देयर, कहते पानी दियाँ कितनियाँ फॉर्म्स होंदियां ने 1 2 3 या नन ऑफ दीज। देखो अगर मैं गल करा तो पानी दियाँ 3 फॉर्म्स होंदियां ने, आपां नूं पता वाटर दियाँ 3 फॉर्म्स होंदियां ने, किहड़ियां किहड़ियां वाटर दियाँ 3 फॉर्म्स होंदियां ने, सॉलिड,
ਲਿਕੁਇਡ ਐਂਡ ਗੈਸੀਅਸ। ਸੋਲਿਡ ਦੇ ਵਿੱਚ ਆਈਸ ਬਰਫ਼, ਵਾਟਰ ਐਂਡ ਜੋ ਵੇਪਰਸ ਬਣਦੇ ਆ ਭਾਫ। ਇਹ ਕੀ ਹੋ ਗਏ ਤਿੰਨੇ ਵਾਟਰ ਦੇ ਕੀ ਕਹਿ ਸਕਦੇ ਆਪਾਂ ਟਾਈਪਸ ਕਹਿ ਸਕਦੇ ਹਾਂ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਜਾਊਗਾ ਆਪਸ਼ਨ ਸੀ ਹੋ ਜਾਊਗਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ 12th ਕੁਐਸਚਨ ਦੀ। ਹਾਂਜੀ 12th ਕੁਐਸਚਨ ਕੀ ਹੈ, ਦ ਕਨਵਰਜ਼ਨ ਆਫ ਲਿਕੁਇਡ ਇਨਟੂ ਵੇਪਰ ਬਾਈ ਹੀਟਿੰਗ। ਜਦੋਂ ਆਪਾਂ ਗਰਮ ਕਰਦੇ ਹਾਂ ਤੇ ਉਹਦੇ ਨਾਲ ਕੀ ਹੈ ਜੋ ਲਿਕੁਇਡ ਹੈ ਕਿਹਦੇ 'ਚ ਕਨਵਰਟ ਹੋ ਜਾਂਦਾ ਹੈ, ਵੇਪਰ ਦੇ ਵਿੱਚ ਭਾਫ ਬਣਨੀ ਸ਼ੁਰੂ ਹੋ ਜਾਂਦੀ ਹੈ। ਉਸ ਨੂੰ ਆਪਾਂ ਕੀ ਕਹਿ ਸਕਦੇ ਹਾਂ, ਮੈਲਟਿੰਗ, ਕੰਡੈਂਸੇਸ਼ਨ, ਫਰੀਜ਼ਿੰਗ ਜਾਂ ਇਵੈਪੋਰੇਸ਼ਨ। ਦੇਖੋ ਅਗਰ ਮੈਂ ਇਸ ਕੁਐਸਚਨ ਦੀ ਗੱਲ ਕਰਾਂ, ਮੈਲਟਿੰਗ ਕੀ ਹੁੰਦਾ ਹੈ, ਜਦੋਂ ਸੋਲਿਡ ਟੂ ਲਿਕੁਇਡ ਹੋਵੇ। ਮੈਲਟਿੰਗ ਦਾ ਮਤਲਬ ਜਦੋਂ ਸੋਲਿਡ ਟੂ ਲਿਕੁਇਡ ਹੋਵੇ, ਬਰਫ਼ ਤੋਂ ਪਾਣੀ ਬਣੇ ਉਹ ਮੈਲਟਿੰਗ ਹੋ ਜਾਂਦਾ ਹੈ। ਅਗਰ ਮੈਂ ਗੱਲ ਕਰਾਂ ਕੰਡੈਂਸੇਸ਼ਨ, ਇਹਦਾ ਮਤਲਬ ਹੁੰਦਾ ਕੰਡੈਂਸ ਹੋਣਾ, ਪਾਰਟੀਕਲਸ ਇਕੱਠੇ ਹੋਣਾ। ਠੀਕ ਹੈ, ਤਾਂ ਇਹ ਵੀ ਗਲਤ ਹੋ ਗਿਆ। ਲਿਕੁਇਡ ਟੂ ਸੋਲਿਡ ਕੰਡੈਂਸੇਸ਼ਨ 'ਚ ਆ ਜਾਂਦਾ ਹੈ, ਮਤਲਬ ਕੰਡੈਂਸ ਹੋਣਾ, ਪਾਰਟੀਕਲ ਇਕੱਠੇ ਹੋਣਾ। ਫਰੀਜ਼ਿੰਗ ਦਾ ਮਤਲਬ ਕੀ ਹੁੰਦਾ, ਬਰਫ਼ ਜੰਮਣਾ, ਪਾਣੀ ਤੋਂ ਬਰਫ਼ ਬਣਨਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈਗਾ, ਇਵੈਪੋਰੇਸ਼ਨ। ਜਦੋਂ ਲਿਕੁਇਡਸ ਵੇਪਰ 'ਚ ਬਦਲਦੇ ਆ ਤਾਂ ਉਸਨੂੰ ਕੀ ਕਹਿ ਦਿੰਦੇ ਆਪਾਂ, ਇਵੈਪੋਰੇਸ਼ਨ ਕਹਿ ਦਿੰਦੇ ਹਾਂ। ਕਲੀਅਰ। ਨੈਕਸਟ 13 ਕੁਐਸਚਨ ਦੇਖੋ, ਦ ਸਬਸਟਾਂਸ ਦੈਟ ਡਜ਼ਨਟ ਹੈਵ ਡੈਫੀਨਾਈਟ ਸ਼ੇਪ ਬਟ ਡੈਫੀਨਾਈਟ ਮਾਸ ਇਜ਼। ਜਿਹਦਾ ਡੈਫੀਨਾਈਟ ਸ਼ੇਪ ਨਹੀਂ ਹੈਗੀ ਪਰ ਉਹਦਾ ਮਾਸ ਕੀ ਹੈ, ਡੈਫੀਨਾਈਟ ਹੈ। ਦੇਖੋ ਇੱਥੇ ਹੁਣ ਮਾਸ ਦੀ ਜਗ੍ਹਾ ਨਾ ਕੀ ਪਾ ਸਕਦੇ ਨੇ, ਵੋਲਿਊਮ ਪਾ ਸਕਦੇ ਨੇ। ਜਿਹਦਾ ਵੋਲਿਊਮ ਤਾਂ ਹੈ ਪਰ ਉਹਦੀ ਕੋਈ ਵੀ ਸ਼ੇਪ ਨਹੀਂ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ, ਸੋਲਿਡ, ਲਿਕੁਇਡ, ਗੈਸੀਅਸ, ਮੈਟਰ। ਤਾਂ ਸਭ ਤੋਂ ਪਹਿਲਾਂ ਸੋਲਿਡ ਦੀ ਤਾਂ ਸ਼ੇਪ ਹੁੰਦੀ ਹੈ ਅਤੇ ਮਾਸ ਵੀ ਹੁੰਦਾ, ਦੋਨੇ ਚੀਜ਼ਾਂ ਹੁੰਦੀਆਂ, ਅਤੇ ਇਹ ਕੱਟ ਗਈ ਆਪਸ਼ਨ। ਗੈਸੀਅਸ ਦੀ ਗੱਲ ਕਰਾਂ, ਨਾ ਇਹਦੀ ਸ਼ੇਪ ਹੁੰਦੀ ਹੈ ਨਾ ਇਹਦਾ ਵੋਲਿਊਮ ਹੁੰਦਾ ਜਾਂ ਮਾਸ ਹੁੰਦਾ। ਠੀਕ ਹੈ। ਲਿਕੁਇਡ, ਮੈਟਰ ਤਾਂ ਸੋਲਿਡ, ਲਿਕੁਇਡ, ਗੈਸੀਅਸ ਨੂੰ ਮਿਲਾ ਕੇ ਬੰਦੇ ਕੈਂਸਲ। ਲਿਕੁਇਡ ਸਹੀ ਆਨਸਰ ਹੈ ਇਸਦਾ, ਕਿਉਂਕਿ ਲਿਕੁਇਡ ਦੀ ਸ਼ੇਪ ਨਹੀਂ ਹੁੰਦੀ। ਅਗਰ ਮੈਂ ਉਹਨੂੰ ਗਲਾਸ 'ਚ ਲੈ ਰਹੀ ਹਾਂ, ਗਲਾਸ ਦੀ ਸ਼ੇਪ ਲੈ ਲੂਗਾ। ਟੱਬ ਲੈ ਲੂੰਗੀ ਤਾਂ ਟੱਬ ਦੀ ਸ਼ੇਪ ਲੈ ਲੇਗਾ। ਕੋਈ ਵੀ ਚੀਜ਼ ਲੈ ਲੂੰਗੀ ਮੈਂ ਉਸ ਦੀ ਸ਼ੇਪ ਲੈ ਲੇਗਾ। ਠੀਕ ਹੈ, ਬਟ ਜੋ ਆਪਣੇ ਕੋਲ ਕੀ ਹੈ, ਲਿਕੁਇਡ ਹੈ, ਇਹ ਇਹਦਾ ਜੋ ਵੋਲਿਊਮ ਹੈ ਜਾਂ ਮਾਸ ਹੈ ਉਹ ਕੀ ਰਹਿੰਦਾ, ਸੇਮ ਰਹਿੰਦਾ, ਚਾਹੇ ਮੈਂ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਲਾਂ। ਠੀਕ ਹੈ। ਨੈਕਸਟ ਆਪਾਂ ਗੱਲ ਕਰਾਂਗੇ 14 ਕੁਐਸਚਨ ਦੀ। ਹਾਂਜੀ 14 ਕੁਐਸਚਨ ਕੀ ਕਹਿੰਦੇ ਆਪਾਂ ਨੂੰ, ਦ ਮਿਨਰਲ ਵਾਟਰ ਇਜ਼। ਮਿਨਰਲ ਵਾਟਰ ਕੀ ਹੁੰਦਾ, ਪੀਟੈਟ ਦੇ ਵਿੱਚ ਆਇਆ ਹੋਇਆ ਤਾਂ ਇਹ ਇੰਪੋਰਟੈਂਟ ਬਣ ਜਾਂਦਾ। ਦੇਖੋ ਮਿਨਰਲ ਵਾਟਰ ਕੀ ਹੁੰਦਾ, ਆਪਸ਼ਨਸ ਦੇਖਦੇ ਹਾਂ। ਉਹ ਪਾਣੀ ਜੋ ਮਾਈਨਸ ਤੋਂ ਮਿਲੇ ਉਹਨੂੰ ਮਿਨਰਲ ਕਹਤਾ, ਨਹੀਂ ਗਲਤ ਹੈ। ਮਾਈਨਸ ਦੇ ਵਿੱਚੋਂ ਪਾਣੀ ਕਿੱਥੋਂ ਮਿਲਦਾ। ਠੀਕ ਹੈ, ਤਾਂ ਸਪਰਿੰਗ ਵਾਟਰ ਕੰਟੇਨਿੰਗ ਡਿਜ਼ੋਲਵ ਮਿਨਰਲ ਫਰੋਮ ਦਾ ਰੋਕਸ, ਯੈਸ ਇਹ ਬਿਲਕੁਲ ਸਹੀ ਹੈ। ਉਹ ਝਰਨਿਆਂ ਦਾ ਪਾਣੀ ਜਿਹਦੇ ਵਿੱਚ ਬਹੁਤ ਸਾਰੇ ਮਿਨਰਲਸ ਕੀ ਆ ਘੁਲੇ ਹੁੰਦੇ ਨੇ ਪੱਥਰਾਂ ਤੋਂ, ਤਾਂ ਉਹਨੂੰ ਮਿਨਰਲ ਵਾਟਰ ਕਿਹਾ ਜਾਂਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਬੀ। ਕਲੀਅਰ। ਉਮੀਦ ਹੈ 14 ਦੇ 14 ਕੁਐਸਚਨ ਤੁਹਾਨੂੰ ਸਮਝ ਆ ਚੁੱਕੇ ਹੈ। ਨੈਕਸਟ ਗੱਲ ਕਰਾਂਗੇ 15 ਕੁਐਸਚਨ ਦੀ। ਵੇਟ ਅ ਸੈਕਿੰਡ। ਹਾਂਜੀ 15 ਕੁਐਸਚਨ ਕੀ ਹੈ, ਵਟ ਇਜ਼ ਯੂਨੀਵਰਸਲ ਸੋਲਿਊਸ਼ਨ। ਯੂਨੀਵਰਸਲ ਸੋਲਿਊਸ਼ਨ ਕਿਹਨੂੰ ਕਿਹਾ ਜਾਂਦਾ ਹੈ, ਵਿਚ ਡਿਜ਼ੋਲਵ ਐਵਰੀਥਿੰਗ ਇਨ ਇਟ, ਨੋ। ਵਿਚ ਡਿਜ਼ੋਲਵ ਨਥਿੰਗ ਇਨ ਇਟ, ਨੋ। ਵਿਚ ਡਿਜ਼ੋਲਵ ਮੈਕਸੀਮਮ ਆਫ ਸਬਸਟਾਂਸ ਇਨ ਇਟ, ਜਾਂ ਨਨ ਆਫ ਦੀਜ਼। ਤਾਂ ਦੇਖੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ, ਆਪਸ਼ਨ ਸੀ। ਯੂਨੀਵਰਸਲ ਸੋਲਿਊਸ਼ਨ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਅੰਦਰ ਕੇ ਜ਼ਿਆਦਾ ਸਬਸਟਾਂਸਿਸ ਨੂੰ, ਮੈਕਸੀਮਮ ਸਬਸਟਾਂਸਿਸ ਨੂੰ ਡਿਜ਼ੋਲਵ ਕਰ ਲੈਣ ਦੈਨ ਅਦਰ ਲਿਕੁਇਡਸ, ਬਾਕੀ ਲਿਕੁਇਡਸ ਦੇ ਨਾਲ। ਠੀਕ ਹੈ, ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਸੀ। ਨੈਕਸਟ ਗੱਲ ਕਰਾਂਗੇ 16th ਕੁਐਸਚਨ ਦੀ। ਵਟ ਇਜ਼ ਦਾ ਫਰੀਜ਼ਿੰਗ ਪੁਆਇੰਟ ਆਫ ਵਾਟਰ। ਪਾਣੀ ਦਾ ਫਰੀਜ਼ਿੰਗ ਪੁਆਇੰਟ ਕੀ ਹੈ। ਅਗਲਾ ਕੀ ਹੈ, ਬੋਇਲਿੰਗ ਪੁਆਇੰਟ ਆਫ ਵਾਟਰ। ਤਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਦੋਨੋਂ। ਦੇਖੋ ਜੋ ਫਰੀਜ਼ਿੰਗ ਪੁਆਇੰਟ ਹੈ ਵਾਟਰ ਦਾ, ਉਹ ਕਿੰਨਾ ਹੁੰਦਾ, ਮਤਲਬ ਕਿੰਨੇ 'ਤੇ ਅਗਰ ਆਪਾਂ ਗੱਲ ਕਰੀਏ, ਪਾਣੀ ਕੀ ਹੈ, ਬਰਫ਼ ਬਣਨਾ ਸ਼ੁਰੂ ਕਰ ਦਿੰਦਾ, ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ, ਫਰੀਜ਼ਿੰਗ ਪੁਆਇੰਟ ਬੋਲਦੇ ਹਾਂ। ਤਾਂ 0 ਡਿਗਰੀ ਸੈਲਸੀਅਸ ਇਜ਼ ਦਾ ਰਾਈਟ ਆਨਸਰ, ਕਿਉਂਕਿ 0 ਡਿਗਰੀ ਸੈਲਸੀਅਸ 'ਤੇ ਪਾਣੀ ਫਰੀਜ਼ ਹੋਣਾ ਸ਼ੁਰੂ ਹੋ ਜਾਂਦਾ, ਜੰਮਣਾ ਸ਼ੁਰੂ ਹੋ ਜਾਂਦਾ। ਬੋਇਲਿੰਗ ਪੁਆਇੰਟ ਦਾ ਕੀ ਮਤਲਬ ਹੈ, ਕਦੋਂ ਪਾਣੀ ਵੇਪਰ ਬਣਨਾ ਸ਼ੁਰੂ ਹੋ ਜਾਂਦਾ, ਕਦੋਂ ਭਾਫ ਬਣਨੀ ਉਹਦੀ ਸ਼ੁਰੂ ਹੋ ਜਾਂਦੀ ਹੈ, ਤਾਂ ਉਸਨੂੰ ਕੀ ਕਹਿ ਦਿੰਦੇ ਆ, ਭਾਫ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਬੋਇਲਿੰਗ ਪੁਆਇੰਟ ਕਹਿ ਦਿੰਦੇ ਹਾਂ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋਊਗਾ, 100 ਡਿਗਰੀ ਸੈਲਸੀਅਸ। 100 ਡਿਗਰੀ ਸੈਲਸੀਅਸ 'ਤੇ ਪਾਣੀ ਬੋਇਲ ਹੋਣਾ ਸ਼ੁਰੂ ਹੋ ਜਾਂਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ, ਆਪਸ਼ਨ ਏ। 17 ਕੁਐਸਚਨ ਉਮੀਦ ਹੈ ਤੁਹਾਨੂੰ ਕਲੀਅਰ ਹੋ ਚੁੱਕੇ ਨੇ।
ਨੈਕਸਟ ਗੱਲ ਕਰਾਂਗੇ 18 ਕੁਐਸਚਨ ਦੀ। 18 ਕੁਐਸਚਨ ਦੇਖੋ ਪੀਟੈਟ 'ਚ ਆਏ ਹੋਏ ਨੇ ਤਿੰਨੋਂ ਕੁਐਸਚਨ, ਤਾਂ ਤਿੰਨੇ ਕੀ ਹੋ ਗਏ ਆਪਣੇ ਲਈ ਫਿਰ ਇੰਪੋਰਟੈਂਟ ਹੋ ਗਏ। ਕਲੀਅਰ। ਹਾਂਜੀ ਦੇਖੋ ਕੀ ਕਹਿੰਦੇ ਨੇ, ਕੁਆਂਟਿਟੀ ਆਫ ਵਿਚ ਗੈਸ ਇਜ਼ ਮੋਰ ਇਨ ਏਅਰ। ਏਅਰ ਦੇ ਵਿੱਚ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਕੁਆਂਟਿਟੀ ਹੈ, ਕਿਹੜੀ ਗੈਸ ਦੀ ਕੁਆਂਟਿਟੀ ਹੈ, ਮਤਲਬ ਜ਼ਿਆਦਾ ਕਿਹੜੀ ਅਮਾਊਂਟ ਦੇ ਵਿੱਚ ਪਾਈ ਜਾਂਦੀ ਹੈ? ਨਾਈਟ੍ਰੋਜਨ, ਆਕਸੀਜਨ, ਕਾਰਬਨ ਡਾਈਆਕਸਾਈਡ, ਮੀਥੇਨ। ਤਾਂ ਸਭ ਤੋਂ ਜ਼ਿਆਦਾ ਕੀ ਹੁੰਦੀ ਹੈ? ਨਾਈਟ੍ਰੋਜਨ ਗੈਸ ਕੀ ਹੈ ਐਟਮੋਸਫੀਅਰ ਦੇ ਵਿੱਚ ਪਾਈ ਜਾਂਦੀ ਹੈ। ਤਾਂ ਇਸ ਲਈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ? ਆਪਸ਼ਨ ਏ ਹੋ ਗਿਆ। ਤੇ ਸਭ ਤੋਂ ਘੱਟ ਕਿਹੜੀ ਹੁੰਦੀ ਹੈ? ਅਗਰ ਇਹ ਤਿੰਨ ਆਪਸ਼ਨ ਆ ਜਾਂਦੇ ਤਾਂ ਮੀਥੇਨ ਤਾਂ ਹੁੰਦੀ ਨਹੀਂ। ਕਾਰਬਨ ਡਾਈਆਕਸਾਈਡ ਸਭ ਤੋਂ ਘੱਟ ਹੁੰਦੀ ਹੈ 0.02%। ਕਲੀਅਰ। ਨੈਕਸਟ 19 ਕੁਐਸਚਨ ਕੀ ਹੈ? ਦ ਇਵੈਪੋਰੇਸ਼ਨ ਆਫ ਵਾਟਰ ਟੇਕ ਪਲੇਸ ਫਰੋਮ ਦ ਲੀਵਸ ਆਫ ਦ ਪਲਾਂਟ, ਦਿਸ ਪ੍ਰੋਸੈਸ ਇਜ਼ ਨੋਨ ਐਜ਼। ਦੇਖੋ ਜਦੋਂ ਪਾਣੀ ਦੇ ਵਿੱਚੋਂ ਪੱਤਿਆਂ ਦੇ ਵਿੱਚੋਂ ਨਿਕਲਦਾ ਇਵੈਪੋਰੇਟ ਹੋ ਜਾਂਦਾ ਹੈ, ਤਾਂ ਉਸਨੂੰ ਕੀ ਕਹਿ ਕਹਿੰਦੇ ਨੇ ਆਪਸ਼ਨਸ ਇਵੈਪੋਰੇਸ਼ਨ, ਟਰਾਂਸਪੀਰੇਸ਼ਨ, ਹਿਊਮਿਡੀਫਾਈਕੇਸ਼ਨ ਫਮੀਗੇਸ਼ਨ। ਦੇਖੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ? ਆਪਸ਼ਨ ਬੀ ਟਰਾਂਸਪੀਰੇਸ਼ਨ। ਟਰਾਂਸਪੀਰੇਸ਼ਨ ਇੱਕ ਪ੍ਰੋਸੈਸ ਹੈ, ਦੇਖੋ ਮੈਂ ਦੱਸਦੀ ਹਾਂ। ਟਰਾਂਸਪੀਰੇਸ਼ਨ ਇੱਕ ਪ੍ਰੋਸੈਸ ਹੈ ਜਾਂ ਕਿਰਿਆ ਹੈ ਜਿਹਦੇ ਵਿੱਚੋਂ ਜੋ ਪਲਾਂਟਸ ਨੇ, ਅਗਰ ਇਹਨਾਂ ਕੋਲ ਪਾਣੀ ਵੱਧ ਜੇ, ਪਾਣੀ ਐਕਸੈਸ 'ਚ ਹੋ ਜੇ, ਵੱਧ ਜੇ, ਤਾਂ ਇਹਨਾਂ ਦੇ ਜੋ ਪੱਤੇ ਹੁੰਦੇ ਨੇ, ਲੀਵਸ ਹੁੰਦੇ ਨੇ, ਹੁਣ ਆਪਾਂ ਨੂੰ ਪਤਾ ਪੱਤਿਆਂ 'ਤੇ ਪੋਰਸ ਹੁੰਦੇ ਨੇ, ਛੇਕ ਹੁੰਦੇ ਨੇ, ਜਿਨ੍ਹਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਸਟੋਮੈਟਾ ਬੋਲ ਦਿੰਦੇ ਹਾਂ। ਇਹ ਜੋ ਛੇਕ ਨੇ ਜਾਂ ਇਹ ਸਟੋਮੈਟਾ ਨੇ, ਇਹ ਕੀ ਕਰਦੇ ਨੇ? ਉਹ ਪਾਣੀ ਨੂੰ ਜੋ ਇਹਨਾਂ ਕੋਲ ਵੱਧਦਾ ਹੈ ਉਸ ਨੂੰ ਕੀ ਕਰ ਦਿੰਦੇ ਨੇ? ਬਾਹਰ ਰਿਲੀਜ਼ ਕਰ ਦਿੰਦੇ ਨੇ, ਵੇਪਰ ਬਣਾ ਕੇ, ਭਾਫ ਬਣਾ ਕੇ ਉਡਾ ਦਿੰਦੇ ਨੇ। ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ? ਟਰਾਂਸਪੀਰੇਸ਼ਨ ਕਹਿ ਦਿੰਦੇ ਹਾਂ। ਕਲੀਅਰ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋਇਆ? ਟਰਾਂਸਪੀਰੇਸ਼ਨ। ਠੀਕ ਹੈ ਜੀ। ਨੈਕਸਟ ਆਪਾਂ 20th ਕੁਐਸਚਨ ਦੇਖਦੇ ਹਾਂ। ਕੋਪਰ ਓਬਟੇਨਡ ਫਰੋਮ ਕੋਪਰ ਪਾਈਰਾਈਟ ਇਜ਼ ਕਾਲਡ ਬਿਸਟਰ। ਕੀ ਕਿਹਾ ਜਾਂਦਾ? ਬਿਸਟਰ ਕਿਹਾ ਜਾਂਦਾ ਜੋ ਕੋਪਰ ਪਾਈਰਾਈਟ ਤੋਂ ਕੋਪਰ ਮਿਲਦਾ ਹੈ। ਠੀਕ ਹੈ। ਗੈਸ ਕਿਹੜੀ ਗੈਸ ਕੀ ਹੈ ਰਿਸਪੋਂਸੀਬਲ ਹੈ ਬਿਸਟਰ ਬਣਾਉਣ ਦੇ ਲਈ? ਤਾਂ ਅਗਰ ਮੈਂ ਇਸ ਕੁਐਸਚਨ ਦੀ ਗੱਲ ਕਰਾਂ ਤਾਂ ਦੇਖੋ ਜੋ ਆਪਸ਼ਨਸ ਦੇਖ ਲੈਂਦੇ ਆਪਾਂ। ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟ੍ਰੋਜਨ ਆਕਸਾਈਡ ਐਂਡ ਸਲਫਰ ਡਾਈਆਕਸਾਈਡ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਸਲਫਰ ਡਾਈਆਕਸਾਈਡ ਹੈ, ਕਿਉਂਕਿ ਜੋ ਸਲਫਰ ਡਾਈਆਕਸਾਈਡ ਹੈ ਇਹ ਕੀ ਕਰਦੀ ਹੈ? ਜੋ ਕੂਲਰ ਪਾਰਟ ਹੁੰਦਾ ਮਤਲਬ ਠੰਡਾ ਪਾਰਟ ਹੁੰਦਾ ਕਿ ਇਸ ਦਾ ਕੋਪਰ ਦੀ ਸਰਫੇਸ ਦਾ ਠੰਡਾ ਪਾਰਟ ਉੱਥੇ ਕੀ ਹੈ? ਟਰੈਪ ਹੋ ਜਾਂਦੀ ਹੈ। ਤਾਂ ਜਿਸ ਦੇ ਕਰਕੇ ਕੀ ਹੈ, ਜੋ ਸਲਫਰ ਡਾਈਆਕਸਾਈਡ ਹੈ ਕਿੱਥੇ ਟਰੈਪ ਹੁੰਦੀ ਹੈ? ਕੋਪਰ ਦੇ ਠੰਡੇ ਪਾਰਟ 'ਤੇ, ਜਿਹਦੇ ਨਾਲ ਕੀ ਹੈ? ਕੋਪਰ ਪਾਈਰਾਈਟ ਤੋਂ ਕੋਪਰ ਈਜ਼ਲੀ ਸੈਪਰੇਟ ਹੋ ਜਾਂਦਾ, ਅਲੱਗ ਹੋ ਜਾਂਦਾ ਅਤੇ ਬਿਸਟਰ ਕੋਪਰ ਬਣ ਜਾਂਦਾ। ਕੀ ਬਣ ਜਾਂਦਾ? ਬਿਸਟਰ ਕੋਪਰ ਬਣ ਜਾਂਦਾ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ? ਆਪਸ਼ਨ ਡੀ ਸਲਫਰ ਡਾਈਆਕਸਾਈਡ। ਇੱਦਾਂ ਦੇ ਕੁਐਸਚਨ ਐਗਜ਼ਾਮ 'ਚ ਈਜ਼ਲੀ ਬਣ ਸਕਦੇ ਆ। ਕਲੀਅਰ ਹੋਇਆ। ਨੈਕਸਟ ਆਪਾਂ ਗੱਲ ਕਰਦੇ ਹਾਂ 21th ਕੁਐਸਚਨ ਦੀ। 21 ਕੁਐਸਚਨ ਕੀ ਹੈ ਆਪਣੇ ਕੋਲ? ਓਜ਼ੋਨ ਲੇਅਰ ਇਜ਼ ਫਾਊਂਡ ਇਨ। ਓਜ਼ੋਨ ਲੇਅਰ ਕਿੱਥੇ ਪਾਈ ਜਾਂਦੀ ਹੈ ਆਪਣੇ ਕੋਲ? ਇਹ ਕੁਐਸਚਨ ਹੈ। ਮੀਜ਼ੋਸਫੀਅਰ, ਸਟ੍ਰੈਟੋਸਫੀਅਰ, ਆਈਨੋਸਫੀਅਰ, ਐਗਜ਼ੋਸਫੀਅਰ। ਦੇਖੋ ਹੁਣ ਇਹ ਮੈंने ਕੁਐਸਚਨ ਤੁਹਾਨੂੰ ਕਰਵਾਇਆ ਸੀਗਾ। ਤਾਂ ਜੋ ਓਜ਼ੋਨ ਲੇਅਰ ਹੈ ਆਪਣੇ ਕੋਲ ਕਿੱਥੇ ਪਾਈ ਜਾਂਦੀ ਹੈ? ਸਟ੍ਰੈਟੋਸਫੀਅਰ ਦੇ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ? ਸਟ੍ਰੈਟੋਸਫੀਅਰ। ਆਪਸ਼ਨ ਬੀ ਓਜ਼ੋਨ ਲੇਅਰ ਉੱਥੇ ਪਾਈ ਜਾਂਦੀ ਹੈ ਜੋ ਆਪਾਂ ਨੂੰ UV ਰੇਜ਼ ਤੋਂ ਕੀ ਕਰਦੀ ਹੈ? ਪ੍ਰੋਟੈਕਟ ਕਰਦੀ ਹੈ, ਜੋ ਕੀ ਹੁੰਦੀਆਂ ਨੇ ਹਾਰਮਫੁਲ ਨੇ, ਜਿਨ੍ਹਾਂ ਕਰਕੇ ਜੋ ਹੋਲ ਹੋਇਆ ਓਜ਼ੋਨ ਲੇਅਰ 'ਚ ਉਹਦੇ ਨਾਲ UV ਰੇਜ਼ ਪਾਸ ਹੋਣ ਲੱਗ ਗਈਆਂ, ਜਿਨ੍ਹਾਂ ਕਰਕੇ ਕੀ ਹੋ ਰਿਹਾ? ਜੋ ਕੈਂਸਰ ਵਰਗੀਆਂ ਡਿਸੀਜ਼ਿਜ਼ ਨੇ ਇਹ ਹੋ ਰਹੀਆਂ ਨੇ। ਠੀਕ ਹੈ। ਤਾਂ ਇਸ ਲਈ ਇਹ ਹਾਰਮਫੁਲ ਨੇ ਜੋ UV ਰੇਜ਼ ਨੇ, ਜਿਨ੍ਹਾਂ ਨੂੰ ਪ੍ਰੋਟੈਕਟ ਕੌਣ ਕਰ ਰਿਹਾ? ਓਜ਼ੋਨ ਲੇਅਰ। ਇਸ ਲਈ ਆਪਾਂ ਨੂੰ ਪੋਲਿਊਸ਼ਨ ਘਟਾਉਣਾ ਚਾਹੀਦਾ ਸੋ ਦੈਟ ਕੀ ਹੈ ਆਪਣੀ ਜੋ ਓਜ਼ੋਨ ਲੇਅਰ ਹੈ ਉਹ ਬਣੀ ਰਹੇ। ਕਲੀਅਰ। ਹਾਂਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਲਾਸਟ ਕੁਐਸਚਨ 22 ਵੇਟ। ਹਾਂਜੀ 22 ਕੀ ਹੈ? ਯੈਲੋ ਪੈਚਿਸ ਔਨ ਮਾਰਬਲ ਇਜ਼ ਡਿਊ ਟੂ। ਕਹਿੰਦੇ ਜੋ ਯੈਲੋ ਪੈਚ ਹੁੰਦੇ ਨੇ ਮਤਲਬ ਧੱਬੇ ਹੁੰਦੇ ਨੇ ਕਿੱਥੇ? ਕੋਈ ਵੀ ਮਾਰਬਲ 'ਤੇ ਮਤਲਬ ਪੱਥਰ 'ਤੇ, ਉਹ ਕਿਸ ਦੀ ਵਜ੍ਹਾ ਦੇ ਨਾਲ ਹੁੰਦੇ ਨੇ? ਠੀਕ ਹੈ ਜੀ। ਤਾਂ ਅਗਰ ਮੈਂ ਗੱਲ ਕਰਾਂ ਆਪਾਂ ਨੂੰ ਆਪਸ਼ਨਸ ਕੀ ਦਿੱਤੀਆਂ ਹੋਈਆਂ ਨੇ? ਐਸਿਡ ਰੇਨ, ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਆਰਗਨ। ਦੇਖੋ ਅਗਰ ਗੱਲ ਕਰੀਏ ਤੁਸੀਂ ਸੁਣਿਆ ਹੋਣਾ ਜੋ ਆਪਣਾ ਤਾਜ ਮਹਿਲ ਹੈ ਜਿਸ 'ਤੇ ਸੰਗਮਰਮਰ ਦਾ ਬਣਿਆ ਹੋਇਆ, ਇਹਦੇ ਜੋ ਹੁਣ ਮਾਰਬਲ ਹੈ ਉਹ ਯੈਲੋਇਸ਼ ਹੋਣ ਲੱਗ ਗਿਆ ਮਤਲਬ ਪੀਲੇ ਰੰਗ ਦਾ ਹੋਣ ਲੱਗ ਰਿਹਾ। ਇਹਦੀ ਮੇਨ ਕਾਰਨ ਕੀ ਹੈ? ਜੋ ਉੱਥੇ ਐਸਿਡ ਰੇਨ ਪੈਂਦੀ ਹੈ ਮਤਲਬ ਤੇਜ਼ਾਬੀ ਵਰਖਾ ਪੈਂਦੀ ਹੈ, ਉਹਦੇ ਵਿੱਚ ਕੀ ਹੁੰਦਾ ਆਪਣੇ ਕੋਲ? ਸਲਫਿਊਰਿਕ ਐਸਿਡ ਹੁੰਦਾ, H2SO4 ਹੁੰਦਾ ਜਾਂ ਨਾਈਟ੍ਰਿਕ ਐਸਿਡ ਹੁੰਦਾ, ਜਿਹਦੇ ਕਰਕੇ ਕੀ ਬਣ ਰਿਹਾ?
मतलब पत्थर की हो रहा पीला हो रहा है। तो इस क्वेश्चन का राइट आंसर क्या आ गया अपने को ऑप्शन ए। नैक्सट है 23rd क्वेश्चन, विच ऑफ द फॉलोइंग गैस इज सॉरी वेट विच ऑफ द फॉलोइंग गैस इज़ नॉट फाउंड इन द एटमोसफेयर, इन्हों के विचों केड़ी गैस है जो एटमोसफेयर के विच नहीं पाई जाती। ऑप्शनस की ऑक्सीजन, हाइड्रोजन, नाइट्रोजन, कार्बन डाइऑक्साइड। देखो ऑक्सीजन होंगी है नियर अबाउट 21%, नाइट्रोजन भी होंगी है 74% नियर अबाउट, एंड कार्बन डाइऑक्साइड भी होंगी है 0.02%। ठीक है, तो केड़ी गैस नहीं होंगी, हाइड्रोजन नहीं पाई जाती। तो इस क्वेश्चन का राइट आंसर की आ गया अपने को ऑप्शन बी की हो गया, राइट हो गया, क्योंकि हाइड्रोजन गैस की है एटमोसफीयर की गैसिज के लिटल अमाउंट के भी नहीं प्रेजेंट होंगी। क्लीयर। नैक्सट आप गल करें 24, अच्छा 25 क्वेश्चन है। द एयर दैट सराउंडड द अर्थ इज़ कॉल्ड, जो हवा का गलाफ अपनी अर्थ के आले दुआले, धरती के आले दुआले, उसनों की कहा जाता है। ऑप्शनस देख लो, एटमोसफीयर, पोल्यूशन, ग्रीन हाउस इफैक्ट, नन ऑफ दीज। ऑप्शन ही नहीं वधिया, पोल्यूशन कहा जाता है कोई ना, ग्रीन हाउस इफैक्ट कहा जाता है, नन ऑफ दीज आना नहीं, की कहा जाता है, एटमोसफीयर कहा जाता है। तो इस क्वेश्चन का राइट आंसर की आ गया ऑप्शन ए आ गया। जो हवा का गलाफ है धरती के आले दुआले उसनों आप एटमोसफीयर कह दें, जिहदे बहुत सारिया गैसां पाईयां जांदियां ने। एक काम करियो, जो लेयर्स ने एटमोसफीयर दियां लेयर्स ने, जिन्नियां भी लेयर्स ने उन्होंने मैं करवाया होया एयर चैप्टर दे विच। ठीक है, तुसी ओ चाहे ETT वाले स्टूडेंट हो चाहे PTET वाले स्टूडेंट हो, उसनों चंगी तरह कर लियो। ठीक है, प्रॉपर वे दे विच उन्हां नूं समझ लियो, क्योंकि एक अद्धा क्वेश्चन ना बन जाता तो आपां वो भी क्यों छोड़िए। थोड़ी स्पीड तेज करके वो भी देख लियो एयर, या तुसी वैसे भी देख सकते हो अगर तुहाडे कोल हैगा जो एटमोसफीयर दी लेयर ने, स्ट्रैटोसफीयर होगी, मीजोसफीयर होगी, आइनोसफीयर होगी, सारियां देख लियो एक बार। क्लीयर, याद नाल देख लियो। हाँ जी, एक अपना क्वेश्चन रह गया सीगा लास्ट की है, देखो 25th क्वेश्चन की है, कहते एयर इज़ अ डैश ऑफ गैसिज, हवा की है, ए कंपाउंड, बी मिक्सचर, सी नन ऑफ दीज, या डी बोथ ए एंड बी। हाँ जी, देखो अगर आप गल करिए इन्हों की, तो एयर की होंगी है मिक्सचर ऑफ गैसिज होंगी है, नॉट कंपाउंड ऑफ गैसिज। तो इस क्वेश्चन का राइट आंसर ऑप्शन बी आ गया। हुण इहदा कारण ने हवा दे की है, ये कारण ने कि यह की एक मिक्सचर है तो ये कंपाउंड नहीं है। क्यों? क्योंकि देखो एयर नूं आपां की है सपरेट कर सकते हैं अलग अलग गैसिज, जिवें ऑक्सीजन, नाइट्रोजन, कार्बन डाइऑक्साइड दे विच। ठीक है, बट अगर आप गल करिए कि सपरेट कर सकते हैं, यदि डिस्टिलेशन करा के, फ्रैक्शनल डिस्टिलेशन करवा के, 9th क्लास का टॉपिक है ये, फ्रैक्शनल डिस्टिलेशन नाल की कर सकते हैं, इन्होंने सपरेट कर सकते हैं। हुण जो मिक्सचर है सिर्फ उसनों सपरेट किया जा सकता है, कंपाउंड नूं सपरेट नहीं किया जा सकता। ठीक है, इस तो अलावा यही की है, यदी जो कंपोजिशन है हवा की, जो की है कंपोजिशन है, वो भी की है वेरी करती है, मतलब अलग अलग होंगी है, बनतर की है अलग अलग। किते की है किसी गैस की वैल्यू ज़्यादा होगी, किते की है किसी गैस की वैल्यू की है घट होगी, मतलब जगह के अनुसार जो हवा दे विच गैसां की अमाउंट है अपने कोल वो वधदी घटदी है। ठीक है, अलग अलग जगह ते अलग अलग अमाउंट दे विच की गैसिज पाईयां जांदियां ने एयर बनाउण दे लई। ਉਹ कंपाउंड दे विच नहीं हुंदा, क्योंकि कंपाउंड दे विच की है प्रॉपर रेशो हुंदी है। ठीक है, बट मिक्सचर दे विच जरूरी नहीं कि रेशो फिक्स रहे, रेशो वेरी भी कर सकती है। क्लीयर, तो एयर की है मिक्सचर है, कंपाउंड नहीं हैगा। तो इस क्वेश्चन का राइट आंसर की हो जूगा अपने को ऑप्शन बी की हो जूगा राइट आंसर। क्लीयर, उम्मीद है तुहानूं ये जिन्ने मैं 25 क्वेश्चन करवाए हैं वो क्लीयर हो चुके हैं। तो अगर तुहानूं 25 क्वेश्चन क्लीयर हो चुके हैं, समझ आ चुके हैं, तो प्लीज़ वीडियो नूं लाइक करियो एंड कमेंट सैक्शन दे विच मैनूं जरूर दस्सिओ तुहाडे किन्ने क्वेश्चन की है ठीक होए हैं, एंड तुहानूं वीडियो किद्दां दी लगी है, स्पैशली क्वेश्चनस किद्दां दे लगे है, जरूर दस्सिया करो, मैनूं वधिया लगदा है। ठीक है जी, एंड शेयर करना ना भूलो अपने फ्रेंड्स के नाल जो कि है ETT एंड PTET के एग्जाम की प्रिपरेशन कर रहे हैं। एक होर PTET एग्जाम की डेट एक्सटेंड करती फॉर्म फिलिंग की, वो तुसीं ध्यान नाल देख सकते हो। ठीक है जी, आई थिंक 2 मार्च कर दी गई है, डेट एक्सटेंड होगी, उन्होंने ध्यान दे विच रख लियो। क्लीयर, तो शेयर करो जो इन्होंने एग्जाम्स की प्रिपरेशन कर रहे हैं, इन्होंने एग्जाम देना है।
ਥੈਂਕ ਯੂ ਸੋ ਮਚ। ਉਮੀਦ ਹੈ ਤੁਹਾਨੂੰ ਸਾਰੀਆਂ ਵੀਡੀਓਜ਼ ਵਧੀਆ ਲੱਗ ਰਹੀਆਂ ਹੋਣੀਆਂ। ਔਰ ਕੋਈ ਸੁਜੈਸ਼ਨ ਹੋਵੇ ਉਹ ਵੀ ਦੇ ਦਿਆ ਕਰੋ, ਠੀਕ ਹੈ ਜੀ। ਥੈਂਕ ਯੂ ਸੋ ਮਚ।